हाँ जी स्टूडेंट्स, जो अज आप टॉपिक बेटा डिस्कस करना वो है मैथड्स ऑफ एक्सपैंडिंग सोल ट्रेड बिजनेस। सोल ट्रेड बिजनेस ਨੂੰ ਅੱਗੇ ਐਕਸਪੈਂਡ ਕਰਨ ਦੇ ਅੱਗੇ ਵਧਾਉਣ ਦੇ ਕਿਹੜੇ-ਕਿਹੜੇ ਤਰੀਕੇ ਨੇ, ਕਿਹੜੇ-ਕਿਹੜੇ ਮੈਥਡਸ ਨੇ ਉਹ ਆਪਾਂ ਪੜ੍ਹਨੇ ਆ। ਫਸਟ ਆਫ ਆਲ ਇਹਦੀ ਥੋੜੀ ਜਿਹੀ ਇੰਟਰੋਡਕਸ਼ਨ ਆ। ਇਹਦੇ ਵਿੱਚ ਤੁਸੀਂ ਇਹਦਾ ਮੀਨਿੰਗ ਤੇ ਡੈਫੀਨੇਸ਼ਨ ਪਹਿਲਾਂ ਲਿਖ ਸਕਦੇ ਹੋ ਵੀ ਸੋਲ ਟ੍ਰੇਡ ਬਿਜ਼ਨਸ ਦੇ ਵਿੱਚ ਐਕਚੁਅਲ ਹੁੰਦਾ ਕੀ ਆ। ਇਸ ਤੋਂ ਬਾਅਦ ਜਿਹੜਾ ਕੈਰੈਕਟਰਿਸਟਿਕ ਦੇ ਵਿੱਚ ਕੁਝ ਪੁਆਇੰਟ ਆਏ ਸੀਗੇ, ਜਿਵੇਂ ਵੀ ਇਹਦੀਆਂ ਜਿਹੜੀਆਂ ਲਾਇਬਿਲਟੀਜ਼ ਨੇ ਉਹ ਅਨਲਿਮਿਟਡ ਹੁੰਦੀਆਂ ਨੇ, ਠੀਕ ਆ। ਓਨ ਕੈਪੀਟਲ ਹੁੰਦੀ ਆ, ਪਰਸਨਲ ਸੇਵਿੰਗ ਪੈਸਾ ਇਨਵੈਸਟ ਕਰਦਾ ਵਾ, ਮੈਨੇਜ ਲਿਮਿਟਡ ਹੁੰਦੀ ਆ, ਆਪਦੇ ਡਿਸੀਜਨ ਖੁਦ ਲੈਂਦਾ। ਸੋ ਜਸਟ ਇਹ ਪਹਿਲੇ ਦੇ ਵਿੱਚ ਤੁਸੀਂ ਉਹ ਇੰਟਰੋਡਕਸ਼ਨ ਲਿਖਣੀ ਆ। ਮੇਨ ਆਪਣਾ ਟੌਪਿਕ ਕਿੱਥੋਂ ਸਟਾਰਟ ਹੁੰਦਾ, ਕਿਉਂਕਿ ਜਿਹੜਾ ਇਹ ਟੌਪਿਕ ਆ ਇਹ ਬਹੁਤ ਇੰਪੋਰਟੈਂਟ ਆ ਬੇਟਾ। ਇਹਦੇ ਨਾਲ ਰਿਲੇਟਡ 6 ਮਾਰਕਸ ਦਾ ਇੱਕ ਲੌਂਗ ਕੁਐਸਚਨ ਬਣਦਾ ਹੀ ਬਣਦਾ ਹਮੇਸ਼ਾ। ਉਹਦੇ ਵਿੱਚ 2 ਅੱਗੇ ਟੌਪਿਕ ਆ ਜਾਂਦੇ ਨੇ ਜਿਹੜੇ ਆਪਾਂ ਲਿਖਣੇ ਹੁੰਦੇ ਨੇ। ਫਸਟ ਆਫ ਆਲ ਆਪਾਂ ਜਿਹੜਾ ਐਕਸਪੈਂਸ਼ਨ ਦਾ ਤਰੀਕਾ ਵਾ ਉਹਦੇ ਉੱਪਰ ਜਿਹੜੀ ਇੰਟਰੋਡਕਸ਼ਨ ਲਿਖਣੀ ਹੈ ਕੰਪਲਸਰੀ, ਉਹ ਹੈ ਇਫ ਦ ਸੋਲ ਟ੍ਰੇਡਿੰਗ ਕੰਸਰਨ ਵਾਂਟ ਟੂ ਸਰਵਾਈਵ ਇਨ ਦ ਮਾਡਰਨ ਵਰਲਡ then they will have to absorb new business techniques for the expansion of their business। ਕਹਿੰਦੇ ਜੇ ਸੋਲ ਟ੍ਰੇਡ ਬਿਜ਼ਨਸ ਨੂੰ ਅੱਜ ਦੇ ਮਾਡਰਨ ਜ਼ਮਾਨੇ ਦੇ ਵਿੱਚ ਸਰਵਾਈਵ ਕਰਨਾ ਹੈ ਤਾਂ ਇਹਨਾਂ ਨੂੰ ਆਪਦੇ ਲਈ ਕੁਛ ਟੈਕਨੀਕਸ ਨੇ ਜਿਹੜੀਆਂ ਨਵੀਆਂ ਆਪਣੇ ਆਪ ਦੇ ਲਈ ਅਪਣਾਉਣੀਆਂ ਪੈਣਗੀਆਂ। ਬਟ ਫॉर दैट ਪਰਪਜ਼ देयर इज़ ਨੀਡ ਆਫ ਮੋਰ ਹੈਂਡਸ ਐਂਡ ਐਡੀਸ਼ਨਲ ਕੈਪੀਟਲ। ਸੋ ਬਿਜ਼ਨਸ ਨੂੰ ਵਧਾਉਣ ਦੇ ਲਈ ਸਾਨੂੰ ਕੀ ਚਾਹੀਦਾ ਹੁੰਦਾ, ਜ਼ਿਆਦਾ ਹੈਲਪ ਚਾਹੀਦੀ ਹੁੰਦੀ ਹੈ ਲੋਕਾਂ ਦੀ, ਠੀਕ ਆ, ਜਾਂ ਕੁਛ ਲੋਕ ਜ਼ਿਆਦਾ ਇਨਵੋਲਵ ਹੋਣ ਸਾਡੇ ਬਿਜ਼ਨਸ 'ਚ, ਜਾਂ ਐਡੀਸ਼ਨਲ ਕੈਪੀਟਲ ਕੁਛ ਅਲੱਗ ਤੋਂ ਵੀ ਸਾਨੂੰ, ਜਾਂ ਕਹਿ ਦਈਏ ਜ਼ਿਆਦਾ ਪੈਸਾ ਵੀ ਚਾਹੀਦਾ ਹੁੰਦਾ, ਠੀਕ ਆ, ਵਾਧੂ ਪੈਸਾ ਜਿਹਨੂੰ ਆਪਾਂ ਕਹਿ ਦਈਏ। ਦਸ ਦ ਫੋਲੋਇੰਗ 2 ਆਲਟਰਨੇਟਿਵਸ ਆਰ ਅਵੇਲੇਬਲ ਫॉर ਦ ਐਕਸਪੈਂਸ਼ਨ ਐਂਡ ਗਰੋਥ ਆਫ ਦ ਬਿਜ਼ਨਸ। ਹੁਣ ਇਹ 2 ਮੇਨ ਇੰਪੋਰਟੈਂਟ ਟੌਪਿਕ ਜਿਹੜੇ ਸ਼ੁਰੂ ਹੋ ਰਹੇ ਆ, ਠੀਕ ਆ। ਤਾਂ ਆਪਾਂ ਇਹਨੂੰ 1 ਬਾਏ 1 ਡਿਸਕਸ ਕਰਾਂਗੇ। ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਐਡਮਿਟਿੰਗ ਆ ਪਾਰਟਨਰ ਪੜ੍ਹਾਂਗੇ, ਨੈਕਸਟ ਵੀਡੀਓ ਦੇ ਵਿੱਚ ਆਪਾਂ ਅਪੁਆਇੰਟਿੰਗ ਆ ਸਰਵੈਂਟ ਪੜ੍ਹਾਂਗੇ, ਠੀਕ ਆ। ਸੋ ਸਾਡੇ ਆਲਟਰਨੇਟਿਵ ਹੁੰਦੇ ਆ 2 ਤਰੀਕੇ, ਠੀਕ ਆ, ਮਤਲਬ 2 ਤਰੀਕੇ ਆ ਜਿਨ੍ਹਾਂ ਦੇ ਨਾਲ ਅਸੀਂ ਬਿਜ਼ਨਸ ਨੂੰ ਐਕਸਪੈਂਡ ਕਰ ਸਕਦੇ ਹਾਂ ਜਾਂ ਸਾਡਾ ਬਿਜ਼ਨਸ ਗਰੋ ਕਰ ਸਕਦਾ। ਫਸਟ ਵਨ ਹੈ ਐਡਮਿਟਿੰਗ ਆ ਪਾਰਟਨਰ। ਐਡਮਿਟ ਕਰਨ ਦਾ ਮਤਲਬ ਕੀ ਹੁੰਦਾ ਵਾ, ਐਡ ਕਰਨਾ ਜਾਂ ਵਿੱਚ ਦਾਖਲ ਹੋਣਾ ਜਾਂ ਕਿਸੇ ਨੂੰ ਆਪਦੇ ਬਿਜ਼ਨਸ ਦੇ ਵਿੱਚ ਲੈ ਆਉਣਾ। When a new partner is admitted in the sole trade concern, then it converts into partnership firm। देखो बिजनेस ਦੇ ਵਿੱਚ ਜਦੋਂ ਇੱਕ ਪਰਸਨ ਹੋਰ ਐਡ ਹੋ ਗਿਆ ਤਾਂ ਹੁਣ ਇਹ ਸੋਲ ਟ੍ਰੇਡ ਬਿਜ਼ਨਸ ਨਹੀਂ ਰਿਹਾ, ਹੁਣ ਇਹ ਕੀ ਬਣ ਗਿਆ, ਪਾਰਟਨਰਸ਼ਿਪ ਫਰਮ ਬਣ ਗਈ। The new partner brings with him some additional capital। ਜਿਹੜਾ ਨਵਾਂ ਪਾਰਟਨਰ ਆਇਆ ਉਹ ਆਪਣੇ ਨਾਲ ਕੁਝ ਪੈਸਾ ਵੀ ਲੈ ਕੇ ਆਇਆ, ਠੀਕ ਆ, ਆਦੀ ਇਨਵੈਸਟਮੈਂਟ ਕਰੂਗਾ ਨਾਲ, ਐਂਡ ਐਕਸਪੀਰੀਅੰਸ ਵਿਚ ਵਿਲ ਹੈਲਪ ਇਨ ਦ ਐਕਸਪੈਂਸ਼ਨ ਆਫ ਦ ਬਿਜ਼ਨਸ। ਅਤੇ ਕੁਛ ਉਹਦਾ ਐਕਸਪੀਰੀਅੰਸ ਵੀ ਹੈ ਜਿਹਦੇ ਕਰਕੇ ਸਾਡਾ ਬਿਜ਼ਨਸ ਐਕਸਪੈਂਡ ਹੋਣ 'ਚ ਹੈਲਪ ਮਿਲੂਗੀ। ਹੁਣ ਨੈਕਸਟ ਹੈਗੀਆਂ ਇਹਦੀਆਂ ਐਡਵਾਂਟੇਜਸ। ਫਸਟ ਆਫ ਆਲ ਫਸਟ ਐਡਵਾਂਟੇਜ ਇਜ਼ ਇਨਕਰੀਜ਼ ਇਨ ਕੈਪੀਟਲ। ਵੈਨ ਅ ਨਿਊ ਪਾਰਟਨਰ ਇਜ਼ ਐਡਮਿਟਡ ਇਨ ਦ ਬਿਜ਼ਨਸ ਹੀ ਬ੍ਰਿੰਗਸ ਸਮ ਐਡੀਸ਼ਨਲ ਕੈਪੀਟਲ ਵਿਚ ਕੈਨ ਐਲੀਮੀਨੇਟ ਦ ਪ੍ਰੋਬਲਮ ਆਫ ਲਿਮਿਟਡ ਕੈਪੀਟਲ। ਜਦੋਂ ਅਸੀਂ ਨਵਾਂ ਪਾਰਟਨਰ ਐਡ ਕਰ ਲੈਂਦੇ ਹਾਂ ਬਿਜ਼ਨਸ ਦੇ ਵਿੱਚ ਤਾਂ ਉਹ ਆਪਦੇ ਨਾਲ ਪੈਸਾ ਲੈ ਕੇ ਆਉਂਦਾ ਵਾ। ਸੋ ਜਿਸ ਕਰਕੇ ਸਾਡੀ ਜਿਹੜੀ ਪੈਸੇ ਦੀ ਲਿਮਿਟਡ ਪੈਸੇ ਦੀ ਪ੍ਰੋਬਲਮ ਆ ਉਹ ਖਤਮ ਹੋ ਜਾਂਦੀ ਆ। ਇਟ ਵਿਲ ਆਲਸੋ ਹੈਲਪ ਇਨ ਗਰੋਥ ਐਂਡ ਐਕਸਪੈਂਸ਼ਨ ਆਫ ਦਾ ਬਿਜ਼ਨਸ। ਇਹਦੇ ਨਾਲ ਸਾਡੀ ਬਿਜ਼ਨਸ ਦੀ ਗਰੋਥ ਹੁੰਦੀ ਆ, ਬਿਜ਼ਨਸ ਐਕਸਪੈਂਡ ਕਰਦਾ ਵਾ। ਔਨ ਦ ਅਦਰ ਹੈਂਡ ਇਨ ਕੇਸ ਆਫ ਸੋਲ ਟ੍ਰੇਡ ਕੰਸਰਨ ਦ ਕੈਪੀਟਲ ਇਜ਼ ਲਿਮਿਟਡ। ਜਿਹਦੇ ਆਪਾਂ ਇਕੱਲਾ ਬਿਜ਼ਨਸ ਕਰਦੇ ਸੀ, ਇੱਕ ਪਰਸਨ ਕਰ ਰਿਹਾ ਸੀ, ਤਾਂ ਉਹਦੇ ਕੋਲ ਕੈਪੀਟਲ ਕੀ ਸੀ, ਪੈਸਾ ਕੀ ਸੀ, ਲਿਮਿਟਡ ਸੀ। ਓਨਲੀ ਟੂ ਦ ਐਕਸਟੈਂਟ ਆਫ ਪਰਸਨਲ ਸੇਵਿੰਗਸ ਆਫ ਦ ਓਨਰ। ਕਿੱਥੇ ਤੱਕ ਲਿਮਿਟਡ ਸੀ ਉਹਦਾ ਪੈਸਾ, ਜਿੰਨੀਆਂ ਕੁ ਉਹਦੀ ਸੇਵਿੰਗਸ ਸੀਗੀਆਂ। additional funds can be raised through loans which will increase the interest liability of the concern। ਐਡੀਸ਼ਨਲ ਪੈਸਾ ਵੀ ਰੇਜ਼ ਕੀਤਾ ਜਾ ਸਕਦਾ ਸੀ ਜਾਂ ਉਹਦੇ ਨਾਲ ਆਪਾਂ ਨੂੰ, ਪਰ ਨੁਕਸਾਨ ਕੀ ਹੋਣਾ ਸੀ, ਸਾਡੇ ਇੰਟਰਸਟ ਮਤਲਬ ਵਿਆਜ ਦੀ ਜਿਹੜੀ ਲਾਇਬਿਲਟੀ ਆ, ਦੇਣਦਾਰੀ ਵੱਧ ਜਾਣੀ ਸੀ ਸਾਡੇ ਸਿਰ 'ਤੇ, ਉਹਦਾ ਵਿਆਜ ਵੀ ਸ਼ੁਰੂ ਹੋ ਜਾਣਾ ਸੀਗਾ ਪੈਣਾ, ਠੀਕ ਆ। ਨੈਕਸਟ ਹੈਗਾ ਵਾ ਐਫੀਸ਼ੀਐਂਟ ਮੈਨੇਜਮੈਂਟ ਐਂਡ ਕੰਟਰੋਲ। ਹੁਣ ਇਹਦੇ ਵਿੱਚ ਕੀ ਦੱਸਿਆ ਗਿਆ ਵਾ, ਐਜ਼ ਅ ਨਿਊ ਪਾਰਟਨਰ ਇਜ਼ ਐਡਡ ਟੂ ਦਾ ਕੰਸਰਨ। ਜਿਵੇਂ ਅਸੀਂ ਨਵਾਂ ਪਾਰਟਨਰ ਐਡ ਕਰ ਲੈਂਦੇ ਹਾਂ ਆਪਦੇ ਬਿਜ਼ਨਸ ਦੇ ਵਿੱਚ, ਹੀ ਵਿਲ ਪ੍ਰੋਵਾਈਡ ਐਡੀਸ਼ਨਲ ਹੈਂਡਸ ਟੂ ਦਾ ਕੰਸਰਨ। ਤਾਂ ਉਹਦੀ ਐਡੀਸ਼ਨਲ ਹੈਲਪ ਮਿਲੂਗੀ ਸਾਡੇ ਬਿਜ਼ਨਸ ਦੇ ਵਿੱਚ। ਹੀ ਵਿਲ ਪੁੱਟ ਹਿਜ਼ ਹਾਰਟ ਐਂਡ ਸੋਲ ਟੂ ਇਨਕਰੀਜ਼ ਦਾ ਪ੍ਰੋਫਿਟਸ ਆਫ ਦਾ ਬਿਜ਼ਨਸ ਬਿਕੋਜ਼ ਹੀ ਨੋਜ਼ ਦੈਟ ਹਿਜ਼ ਫੇਟ ਇਜ਼ ਲਿੰਕਡ ਵਿਦ ਦਾ ਫੇਟ ਆਫ ਦਾ ਬਿਜ਼ਨਸ। ਉਹ ਪਰਸਨ ਆਪਦੇ ਦਿਲੋਂ, ਆਪਦੇ ਜਿਵੇਂ ਆਪਾਂ ਕਹੇ ਤਨੋਂ ਮਨੋਂ ਪੂਰਾ ਕੰਮ ਕਰੂਗਾ ਬਿਜ਼ਨਸ ਨੂੰ ਵਧਾਉਣ ਦੇ ਲਈ, ਤਾਂ ਕਿ ਉਹਦੇ ਵਿੱਚ ਪ੍ਰੋਫਿਟ ਵੱਧ ਤੋਂ ਵੱਧ ਅਰਨ ਕੀਤਾ ਜਾ ਸਕੇ। ਉਹਦਾ ਰੀਜ਼ਨ ਕੀ ਆ, ਬਿਕੋਜ਼ ਉਹਨੂੰ ਪਤਾ ਕਿ ਉਹਦੀ ਕਿਸਮਤ ਕਿਹਦੇ ਨਾਲ ਜੁੜੀ ਹੋਈ ਆ, ਬਿਜ਼ਨਸ ਦੇ ਨਾਲ ਲਿੰਕਡ ਆ, ਜੁੜੀ ਹੋਈ ਆ। ਹੀ ਵਿਲ ਆਲਸੋ ਰਿਜ਼ਲਟ ਇਨ ਐਫੀਸ਼ੀਐਂਟ ਮੈਨੇਜਮੈਂਟ, this will also result in efficient management and control। ਇਹਦੇ ਨਾਲ ਸਾਡਾ ਬਿਜ਼ਨਸ ਜਿਹੜਾ ਵਧੀਆ ਤਰੀਕੇ ਨਾਲ ਕੰਟਰੋਲ ਹੋਊਗਾ ਅਤੇ ਐਫੀਸ਼ੀਐਂਟਲੀ ਮੈਨੇਜਮੈਂਟ ਹੋਊਗੀ ਉਹਦੇ ਵਿੱਚ, ਕਿਉਂਕਿ ਪਰਸਨ ਹੁਣ 2 ਹੋ ਗਏ, ਪਹਿਲਾਂ 1 ਸੀਗਾ, ਠੀਕ ਆ। ਅੱਗੇ ਸ਼ੇਅਰਿੰਗ ਆਫ ਬਿਜ਼ਨਸ ਰਿਸਕਸ ਐਂਡ ਲੌਸਿਸ। ਦ ਲਾਇਬਿਲਟੀ ਆਫ ਦਾ ਸੋਲ ਟ੍ਰੇਡ ਪ੍ਰੋਪਰਾਈਟਰ ਇਜ਼ ਲਿਮਟਡ।
ਜਿਹੜਾ ਸੋਲ ਟ੍ਰੇਡ ਪਰਸਨ ਸੀਗਾ ਉਹਦੀ ਲਾਇਬਿਲਿਟੀ ਕੀ ਸੀਗੀ, ਲਿਮਟਡ ਸੀਗੀ। ਹੀ ਹੈਜ਼ ਟੂ, ਇੱਥੇ ਅਨਲਿਮਟਡ ਕਰ ਲਓ, ਥੋੜ੍ਹੀ ਕਰੈਕਸ਼ਨ ਆ ਬੇਟਾ, ਉਹ ਪਰਸਨ ਦੀ ਲਾਇਬਿਲਿਟੀ ਅਨਲਿਮਟਡ ਸੀ। ਹੀ ਹੈਜ਼ ਟੂ ਬੀਅਰ ਆਲ ਦ ਲੌਸਿਸ ਅਰਾਈਜ਼ਿੰਗ ਫਰੋਮ ਦ ਬਿਜ਼ਨਸ, ਉਹਨੇ ਬਿਜ਼ਨਸ ਦੇ ਵਿੱਚੋਂ ਹੋਣ ਵਾਲੇ ਹਰ ਇੱਕ ਨੁਕਸਾਨ ਨੂੰ ਖੁਦ ਬੀਅਰ ਕਰਨਾ ਸੀਗਾ। When a new partner is added, then all the risks and losses of the business are equally shared by both of the partners. This will also remove the basic hesitancy in the expansion of business. ਕਹਿੰਦੇ ਜਦੋਂ ਇੱਕ ਨਵਾਂ ਪਾਰਟਨਰ ਐਡ ਹੋ ਗਿਆ ਤਾਂ ਰਿਸਕ ਦੋਨਾਂ ਦੇ ਵਿੱਚ ਇਕੁਅਲੀ ਵੰਡਿਆ ਜਾਊਗਾ। ਸੋ ਜਿਸ ਕਰਕੇ ਜਿਹੜੀ ਮੇਨ ਹੈਜ਼ੀਟੈਂਸੀ ਹੁੰਦੀ ਆ ਵੀ ਜਾਂ ਆਪਾਂ ਕਹਿੰਦੇ ਝਿਜਕ ਸੀਗੀ ਬਿਜ਼ਨਸ ਦੇ ਐਕਸਪੈਂਸ਼ਨ ਦੇ ਵਿੱਚ ਕੋਈ ਵੀ, ਉਹ ਰਿਮੂਵ ਹੋ ਜਾਊਗੀ ਕਿਉਂਕਿ ਹੁਣ ਦੋ ਪਰਸਨ ਨੇ, ਦੋਨਾਂ ਦੇ ਵਿੱਚ ਰਿਸਕ ਬਰਾਬਰ ਵੰਡਿਆ ਜਾਊਗਾ। ਨੈਕਸਟ ਹੈਗਾ advantage, the last point, increase in goodwill and reputation of the business. When an efficient and specialized partner is added to the concern, मतलब business ਦੇ ਵਿੱਚ ਜਦੋਂ ਇੱਕ ਨਵਾਂ efficient ਤੇ specialized partner ਆ ਗਿਆ, then it will increase the goodwill and reputation of the business. ਇਹਦੇ ਨਾਲ ਸਾਡੇ business ਦੀ goodwill ਜਾਂ ਆਪਾਂ ਕਹਿੰਦੇ ਇੱਜ਼ਤ ਜਾਂ reputation ਵੱਧਦੀ ਆ। This will also help in enhancing the loan raising capacity of the concern. ਇਹਦੇ ਨਾਲ ਸਾਨੂੰ ਆਸਾਨੀ ਨਾਲ ਲੋਨ ਮਿਲ ਸਕਦਾ, ਠੀਕ ਆ, ਕਿਉਂਕਿ ਜੇ ਕੋਈ ਪਰਸਨ ਵਧੀਆ ਗੁੱਡਵਿਲ ਵਾਲਾ ਆ ਗਿਆ ਤਾਂ ਸਾਡੇ ਬਿਜ਼ਨਸ ਦੀ ਰੈਪੂਟੇਸ਼ਨ ਵੱਧ ਗਈ ਤਾਂ ਸਾਨੂੰ ਆਸਾਨੀ ਨਾਲ ਲੋਨ ਮਿਲ ਸਕਦੇ ਆ। ਨੈਕਸਟ ਹੈਗੇ ਨੇ ਡਿਸਐਡਵਾਂਟੇਜਸ, ਡਿਵੀਜ਼ਨ ਆਫ ਪ੍ਰੋਫਿਟ। ਪਹਿਲੀ ਡਿਸਐਡਵਾਂਟੇਜ ਇਹ ਆ ਕਿ ਜੇ ਹੁਣ ਅਸੀਂ ਪਾਰਟਨਰ ਐਡ ਕਰ ਲਿਆ ਤਾਂ ਸਾਡਾ ਜਿਹੜਾ ਪ੍ਰੋਫਿਟ ਆ ਉਹ ਵੰਡਿਆ ਜਾਊਗਾ। When a partner is added, then all the business profits are shared by both the partners. ਜੇ ਅਸੀਂ ਇੱਕ ਪਾਰਟਨਰ ਐਡ ਕਰ ਲੈਂਦੇ ਹਾਂ ਤਾਂ ਸਾਰਾ ਪ੍ਰੋਫਿਟ ਜਿਹੜਾ ਕੀ ਆ ਦੋ ਹਿੱਸਿਆਂ 'ਚ ਵੰਡਿਆ ਜਾਊਗਾ, ਦੋਨੇ ਪਾਰਟਨਰਸ ਦੇ ਵਿਚਕਾਰ ਵੰਡਿਆ ਜਾਊਗਾ। In case of sole trade concern, all the profits are enjoyed by the owner himself, so he also takes more interest in the business. ਹੁਣ ਸੋਲ ਟ੍ਰੇਡ 'ਚ ਕੀ ਸੀਗਾ, ਸਾਰਾ ਦਾ ਸਾਰਾ ਪ੍ਰੋਫਿਟ ਕਿਹਨੂੰ ਮਿਲਦਾ ਸੀ, ਓਨਰ ਨੂੰ ਮਿਲਦਾ ਸੀ, ਮਾਲਕ ਨੂੰ ਮਿਲਦਾ ਸੀਗਾ, ਠੀਕ ਆ। ਸੋ ਇਹਦੇ ਵਿੱਚ ਕੀ ਸੀਗਾ, ਤਾਂ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਇੰਟਰਸਟ ਲੈਂਦਾ ਸੀ ਬਿਜ਼ਨਸ ਦੇ ਵਿੱਚ। ਔਨ ਦ ਅਦਰ ਹੈਂਡ, ਦ ਸ਼ੇਅਰਿੰਗ ਆਫ ਪ੍ਰੋਫਿਟਸ ਵਿਲ ਐਡਵਰਸਲੀ ਇਫੈਕਟ ਦ ਇਨਵੋਲਵਮੈਂਟ ਆਫ ਸੋਲ ਟ੍ਰੇਡਰ ਇਨ ਦ ਬਿਜ਼ਨਸ। ਸੋ ਹੁਣ ਇਹਦੇ ਵਿੱਚ ਕੀ ਆ, ਪ੍ਰੋਫਿਟ ਸ਼ੇਅਰ ਕਰਨਾ ਪੈ ਰਿਹਾ ਸਾਨੂੰ ਕਿਹਦੇ ਨਾਲ, ਆਪਦੇ ਪਾਰਟਨਰ ਦੇ ਨਾਲ। ਸੋ ਇਹਦੇ ਕਰਕੇ ਕੀ ਹੈ, ਸਾਡਾ ਜਿਹੜਾ ਸੋਲ ਟ੍ਰੇਡ ਬਿਜ਼ਨਸ ਆ ਬਹੁਤ ਜ਼ਿਆਦਾ ਇਫੈਕਟ ਹੁੰਦਾ, ਠੀਕ ਆ। ਵੈਸੇ ਹੁਣ ਉਹ ਸੋਲ ਟ੍ਰੇਡ ਰਿਹਾ ਨਹੀਂ, ਉਹ ਤਾਂ ਪਾਰਟਨਰਸ਼ਿਪ ਫਰਮ ਬਣ ਗਿਆ ਕਿਉਂਕਿ ਇੱਕ ਪਰਸਨ ਹੋਰ ਐਡ ਹੋ ਚੁੱਕਿਆ ਵਿੱਚ, ਠੀਕ ਆ। ਬਟ ਇਹਦੇ ਵਿੱਚ ਆਪਾਂ ਇਹ ਦੱਸਾਂਗੇ ਕਿ ਜਿਹੜਾ ਸੋਲ ਟ੍ਰੇਡ ਬਿਜ਼ਨਸ ਆ ਇਹਦਾ ਬਹੁਤ ਬੁਰੀ ਤਰ੍ਹਾਂ ਨਾਲ ਐਡਵਰਸਲੀ ਇਫੈਕਟ ਹੁੰਦਾ, ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦਾ ਕਿਉਂਕਿ ਸਾਨੂੰ ਪ੍ਰੋਫਿਟ ਸ਼ੇਅਰ ਕਰਨਾ ਪੈਂਦਾ। ਨੈਕਸਟ ਹੈ ਨੋ ਸੀਕ੍ਰੇਸੀ। Sole trader is the individual owner of his business, therefore he is in a position to preserve his trade secrets from his competitors. ਹੁਣ ਸੋਲ ਟ੍ਰੇਡ ਪਰਸਨ ਕੀ ਸੀਗਾ, ਇਕੱਲਾ ਹੀ ਸੀਗਾ ਆਪਦੇ ਬਿਜ਼ਨਸ ਦਾ ਮਾਲਕ, ਤਾਂ ਉਹ ਇਸ ਪੋਜੀਸ਼ਨ 'ਚ ਸੀਗਾ ਕਿ ਆਪਦੇ ਜਿਹੜੇ ਟ੍ਰੇਡ ਦੇ ਸੀਕਰਟ ਮਤਲਬ ਵਪਾਰ ਨਾਲ ਸੰਬੰਧਿਤ ਕੋਈ ਸੀਕਰਟ ਸੀਗੇ ਆਪਦੇ ਕੰਪੀਟੀਟਰ ਤੋਂ ਲੁਕੋ ਕੇ ਰੱਖ ਸਕਦਾ ਸੀ। ਬਟ ਇਨ ਪਾਰਟਨਰਸ਼ਿਪ ਆਲ ਦਾ ਸੀਕਰਟਸ ਹੈਜ਼ ਟੂ ਬੀ ਸ਼ੇਅਰਡ ਅਮੰਗ ਦਾ ਪਾਰਟਨਰਸ। ਹੁਣ ਪਾਰਟਨਰਸ਼ਿਪ ਫਰਮ ਬਣ ਗਈ ਸੀ ਕਿਉਂਕਿ ਇੱਕ ਪਰਸਨ ਹੋਰ ਐਡ ਹੋ ਚੁੱਕਿਆ ਸੀ ਵਿੱਚ, ਤਾਂ ਸਾਨੂੰ ਸਾਰੇ ਜਿਹੜੇ ਆਪਦੇ ਸੀਕਰਟ ਉਹਦੇ ਨਾਲ ਸ਼ੇਅਰ ਕਰਨੇ ਪੈਣਗੇ। In case of conflicts among the partners, the business secrets can be passed out, which adversely affect the success of the business. ਹੁਣ ਮੰਨ ਲਓ ਪਾਰਟਨਰ ਦੇ ਨਾਲ ਕੋਈ ਕਨਫਲਿਕਟ ਹੋ ਗਿਆ, ਕੋਈ ਲੜਾਈ ਝਗੜਾ ਹੋ ਗਿਆ, ਠੀਕ ਆ, ਤਾਂ ਇੱਥੇ ਚਾਂਸਸ ਹੈਗੇ ਆ ਕਿ ਉਹ ਪਾਰਟਨਰਸ਼ਿਪ ਖਤਮ ਕਰਕੇ ਚਲਾ ਜਾਵੇ ਤੇ ਸਾਡੇ ਜਿਹੜੇ ਬਿਜ਼ਨਸ ਦੇ ਸੀਕਰਟਸ ਨੇ ਉਹ ਵੀ ਸਾਡੇ ਬਿਜ਼ਨਸ ਤੋਂ ਬਾਹਰ ਚਲੇ ਜਾਣਗੇ ਸਾਡੇ ਕੰਪੀਟੀਟਰਸ ਦੇ ਕੋਲ। ਲਾਸਟ ਪੁਆਇੰਟ ਦੇਖੋ ਡਿਸਐਡਵਾਂਟੇਜ ਦਾ, ਡਿਲੇ ਇਨ ਡਿਸੀਜ਼ਨ ਮੇਕਿੰਗ। ਸਾਨੂੰ ਫੈਸਲੇ ਲੈਣ ਦੇ ਵਿੱਚ ਵੀ ਕਾਫੀ ਡਿਲੇ ਆਉਂਦੀ ਆ। ਵੈਨ ਅ ਪਾਰਟਨਰ ਇਜ਼ ਐਡਡ ਇਨ ਦਾ ਬਿਜ਼ਨਸ, then all the decisions and actions are taken with his consent. ਕੰਸੈਂਟ ਦਾ ਮੀਨਿੰਗ ਹੁੰਦਾ ਮਰਜ਼ੀ, ਮਤਲਬ ਉਹਦੀ ਇੱਛਾ ਪੁੱਛਣੀ ਕਿਸੇ ਪਰਸਨ ਦੀ, ਉਹਦੀ ਮਰਜ਼ੀ ਦੇ ਅਕੋਰਡਿੰਗ ਸਾਨੂੰ ਸਾਰੇ ਫੈਸਲੇ ਲੈਣੇ ਪੈਂਦੇ ਆ ਤੇ ਜਿਹੜਾ ਸਾਡਾ ਪਾਰਟਨਰ ਐਡ ਕੀਤਾ ਉਹਦੀ ਮਰਜ਼ੀ ਦੇ ਅਕੋਰਡਿੰਗ ਸਾਨੂੰ ਕੋਈ ਵੀ ਐਕਸ਼ਨ ਲੈਣੇ ਪੈਂਦੇ ਆ। ਇਫ ਦ ਡਿਸੀਜ਼ਨਸ ਆਰ ਟੇਕਨ ਵਿਦਾਊਟ ਦ ਕੰਸੈਂਟ ਆਫ ਦ ਪਾਰਟਨਰ, ਦੈਨ ਦੇਅਰ ਆਰ ਚਾਂਸਿਸ ਆਫ ਡੈਸੋਲੂਸ਼ਨ ਆਫ ਫਰਮ। ਜੇ ਅਸੀਂ ਆਪਦੇ ਪਾਰਟਨਰ ਨੂੰ ਬਿਨਾਂ ਪੁੱਛੇ ਜਾਂ ਉਹਦੀ ਬਿਨਾਂ ਮਰਜ਼ੀ ਨੂੰ ਜਾਣੇ ਅਸੀਂ ਕੋਈ ਵੀ ਫੈਸਲਾ ਲੈ ਲਾਂਗੇ ਤਾਂ ਇੱਥੇ ਚਾਂਸਿਸ ਨੇ ਕਿ ਸਾਡੀ ਜਿਹੜੀ ਫਰਮ ਆ ਉਹ ਡੈਜ਼ੋਲਿਊਟ ਹੋ ਜੂਗੀ। ਹੁਣ ਡੈਜ਼ੋਲਿਊਟ ਦਾ ਮੀਨਿੰਗ ਕੀ ਹੁੰਦਾ ਵਾ, ਡੈਜ਼ੋਲਿਊਸ਼ਨ ਦਾ ਮਤਲਬ ਹੁੰਦਾ ਬਿਜ਼ਨਸ ਬੰਦ ਹੋ ਜਾਣਾ, ਠੀਕ ਆ। This sometimes leads to serious delay in decision making, which ultimately result in loss of opportunities of the business. ਹੁਣ ਇਹ 'ਚ ਇਹ ਦੱਸਿਆ ਗਿਆ ਕਿ ਕਈ ਵਾਰ ਜਿਵੇਂ ਕੋਈ ਪਾਰਟਨਰ ਆ, ਠੀਕ ਆ, ਉਹਦੇ ਨਾਲ ਗੱਲਬਾਤ ਨਹੀਂ ਹੋ ਪਾਈ, ਠੀਕ ਆ, ਉਹ ਤੋਂ ਨਹੀਂ ਪੁੱਛਿਆ ਜਾ ਸਕਿਆ, ਤਾਂ ਅਸੀਂ ਜਿਹੜੇ ਬਹੁਤ ਇੰਪੋਰਟੈਂਟ ਡਿਸੀਜਨ ਲੈਣੇ ਸੀ ਉਹਨਾਂ ਤੋਂ ਕੀ ਹੋ ਜਾਵਾਂਗੇ, ਲੇਟ ਹੋ ਜਾਵਾਂਗੇ, ਜਿਸ ਕਰਕੇ ਸਾਡੇ ਲਈ ਜਿਹੜੀਆਂ ਬਹੁਤ ਵਧੀਆ ਮੌਕੇ ਸੀਗੇ, ਓਪਰਚੁਨਿਟੀ ਸੀ, ਉਹ ਸਾਡੇ ਹੱਥੋਂ ਨਿਕਲ ਜਾਣਗੀਆਂ, ਠੀਕ ਆ। ਨੈਕਸਟ ਵੀਡੀਓ ਦੇ ਵਿੱਚ ਬੇਟਾ ਆਪਾਂ ਅਪੁਆਇੰਟਿੰਗ ਅ ਸਰਵੈਂਟ ਬਾਰੇ ਡਿਸਕਸ ਕਰਾਂਗੇ। ਥੈਂਕ ਯੂ।